ਦੁਨੀਆ ਭਰ ਦੇ ਵਿੱਚ ਗੂੰਜਦਾ ਨਾਮ ਸਿੱਧੂ ਮੂਸੇਵਾਲਾ ਅੱਜ ਕਿਵੇਂ ਖਾਮੋਸ਼ ਹੋਇਆ ਪਿਆ ਹੈ, ਕਿਸੇ ਨੂੰ ਯਕੀਨ ਨਹੀਂ ਹੋ ਰਿਹਾ। ਪਿਓ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ। ਮ੍ਰਿਤਕ ਦੇਹ ਨੂੰ ਜੱਫੀਆਂ ਪਾ ਪਾ ਪਿਓ ਰੋ ਰਿਹਾ ਹੈ। ਮਾਂ ਉਸ ਨੂੰ ਹੁਣ ਵੀ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹੁਣ ਸਿੱਧੂ ਮੂਸੇਵਾਲਾ ਕਦੇ ਨਹੀਂ ਉੱਠੇਗਾ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਹੋਣ ਦੇ ਵਿੱਚ ਕੁਝ ਹੀ ਸਮਾਂ ਬਾਕੀ ਹੈ, ਪਰ ਉਸ ਦੀ ਮ੍ਰਿਤਕ ਦੇਹ ਨੂੰ ਵੀ ਮਾਪੇ ਛੱਡਣ ਲਈ ਤਿਆਰ ਨਹੀਂ। ਜਿੱਥੇ ਪੂਰੇ ਪੰਜਾਬ ਦੇ ਵਿੱਚ ਗਮਗੀਨ ਮਾਹੌਲ ਹੈ, ਉੱਥੇ ਹੀ ਰਿਸ਼ਤੇਦਾਰ ਸੁੰਨ ਹੋ ਕੇ ਬੈਠ ਗਏ ਨੇ। ਮਾਂ-ਬਾਪ ਆਪਣੇ ਪੁੱਤ ਨੂੰ ਅੱਖਾਂ ਭਰ ਕੇ ਦੇਖ ਲੈਣਾ ਚਾਹੁੰਦੇ ਨੇ। ਉਸ ਦੀ ਮ੍ਰਿਤਕ ਦੇਹ ਕੋਲ ਬੈਠ ਕੇ ਉਸ ਨੂੰ ਟਕਟਕੀ ਲਗਾ ਕੇ ਦੇਖੀ ਜਾ ਰਹੇ ਨੇ। ਪਿਓ ਦਾ ਰੋਣਾ ਬੰਦ ਨਹੀਂ ਹੋ ਰਿਹਾ ਅਤੇ ਮਾਂ ਨੂੰ ਹਜੇ ਵੀ ਯਕੀਨ ਨਹੀਂ ਹੋ ਰਿਹਾ। ਉਹਨਾਂ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਤੁਰ ਗਿਆ। ਵਿਆਹ ਦੇ ਚਾਅ ਪੂਰੇ ਕਰਨੇ ਸੀ, ਹਲੇ ਆਪਣੀ ਜ਼ਿੰਦਗੀ ਉਸ ਦੇ ਨਾਲ ਕੱਢਣੀ ਸੀ, ਨਵਾਂ ਘਰ ਪਾਇਆ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਸਭ ਕੁਝ ਹੋ ਗਿਆ। ਸਿੱਧੂ ਹਮੇਸ਼ਾ ਦੇ ਲਈ ਮਾਪਿਆਂ ਦੀਆਂ ਅੱਖਾਂ ਤੋਂ ਓਹਲੇ ਹੋ ਜਾਵੇਗਾ। ਸੰਸਕਾਰ ਦਾ ਸਮਾਂ ਦੱਸਦੀ ਕਿ ਕੁਝ ਹੀ ਸਮੇਂ ਵਿੱਚ ਕੀਤਾ ਜਾਣਾ, ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਹ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ, ਸਗੋਂ ਉਹਨਾਂ ਦੇ ਖੇਤਾਂ ਦੇ ਵਿੱਚ ਕੀਤਾ ਜਾਵੇਗਾ, ਜਿੱਥੇ ਸਿੱਧੂ ਮੂਸੇਵਾਲਾ ਖੁਦ ਖੇਤੀ ਕਰਦਾ ਸੀ, ਆਪਣਾ 5911 ਟਰੈਕਟਰ ਚਲਾਉਂਦਾ ਸੀ। ਮੰਗਲਵਾਰ ਸਵੇਰੇ ਹੀ ਉਸ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਫਿਲਹਾਲ ਉਸ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਦੇ ਲਈ ਜੱਦੀ ਪਿੰਡ ਮੁੱਸੇ ਮਾਨਸਾ ਵਿਖੇ ਰੱਖਿਆ ਹੋਇਆ ਹੈ। ਇਸ ਮੌਕੇ ਤੇ ਜਿੱਥੇ ਉਸ ਦੇ ਪ੍ਰਸ਼ੰਸਕਾਂ ਅਤੇ ਪਿਆਰ ਕਰਨ ਵਾਲਿਆਂ ਦੀ ਭਾਰੀ ਭੀੜ ਹੈ, ਉੱਥੇ ਹੀ ਅੰਤਿਮ ਯਾਤਰਾ ਉਹਨਾਂ ਦੇ ਚਹੇਤੇ 5911 ਟਰੈਕਟਰ ਤੇ ਹੀ ਕੱਢੀ ਜਾਵੇਗੀ। ਮੂਸੇਵਾਲਾ ਨੇ ਆਪਣੇ ਕਈ ਪੰਜਾਬੀ ਗੀਤਾਂ ਦੇ ਵਿੱਚ ਇਸ ਟਰੈਕਟਰ ਦਾ ਜ਼ਿਕਰ ਕੀਤਾ ਹੈ। ਪਿਆਰ ਕਰਦਾ ਸੀ ਉਹ ਆਪਣੀ ਧਰਤੀ ਨੂੰ, ਜ਼ਮੀਨ ਨੂੰ, ਉਸ ਮਿੱਟੀ ਨੂੰ ਜਿੱਥੇ ਉਹ ਰਹਿ ਰਿਹਾ ਸੀ। ਇਸ ਗਮਗੀਨ ਮਾਹੌਲ ਦੇ ਮੌਕੇ ਸਿੱਧੂ ਮੂਸੇਵਾਲਾ ਦਾ ਪਰਿਵਾਰ ਅਤੇ ਸਮਰਥਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਮਰਥਕਾਂ ਦੇ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਤੱਕ ਲਗਾਏ ਗਏ। ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਣਾ ਹੈ। ਦੱਸ ਦਈਏ ਕਿ ਕੁਝ ਹੀ ਸਮੇਂ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਹੈ। ਇਸ ਮੌਕੇ ਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਮੌਜੂਦ ਨੇ, ਪੂਰੀ ਸੁਰੱਖਿਆ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਘਰ ਵੱਡੇ ਕਲਾਕਾਰ ਅਤੇ ਮਹਾਨ ਸ਼ਖਸੀਅਤਾਂ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਪਹੁੰਚ ਰਹੀਆਂ ਨੇ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਖੇਤਾਂ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਣਾ ਹੈ, ਜਿਸ ਨੂੰ ਕਿ ਉਹ ਬੇਹੱਦ ਪਿਆਰ ਕਰਦੇ ਸੀ। ਉਸੇ ਟਰੈਕਟਰ ਤੇ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਨੂੰ ਲਿਜਾਇਆ ਜਾਵੇਗਾ। ਸਿੱਧੂ ਮੂਸੇਵਾਲੇ ਦਾ ਸੰਸਕਾਰ ਉਹਨਾਂ ਦੇ ਖੇਤਾਂ ਦੇ ਵਿੱਚ ਹੋਣਾ ਹੈ। ਦੱਸ ਦਈਏ ਕਿ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਪਰ ਪਰਿਵਾਰ ਨੇ ਸਿੱਧੂ ਦਾ ਸੰਸਕਾਰ ਉਸ ਦੇ ਖੇਤਾਂ ਦੇ ਵਿੱਚ ਹੀ ਕਰਨ ਦਾ ਫੈਸਲਾ ਕੀਤਾ। ਇਹ ਵੀ ਗੱਲ ਸਾਹਮਣੇ ਆਈ ਕਿ ਸਿੱਧੂ ਮੂਸੇਵਾਲਾ ਦਾ ਸਟੈਚੂ ਵੀ ਬਣਾਇਆ ਜਾਵੇਗਾ। ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇ ਅੰਤਿਮ ਦਰਸ਼ਨਾਂ ਦੇ ਲਈ ਰੱਖੀ ਗਈ ਹੈ। ਸਿੱਧੂ ਦੇ ਪਿਤਾ ਦੇ ਵੱਲੋਂ ਉਸ ਨੂੰ ਆਖਰੀ ਸਮੇਂ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਗਿਆ। 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਹਮਲਾਵਰਾਂ ਨੇ ਖਾਤਮਾ ਕੀਤਾ ਸੀ। ਕਿਸ ਤਰ੍ਹਾਂ ਦੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ ਸੀ, ਇਹ ਸਭ ਜਾਣਦੇ ਹੀ ਨੇ। ਸਿੱਧੂ ਨੇ ਵੀ ਬਦਲੇ ਦੇ ਵਿੱਚ ਫਾਇਰ ਕੀਤੇ ਸਨ। ਇਹ ਖਬਰ ਵੀ ਸਾਹਮਣੇ ਆਈ ਹੈ। ਉਸ ਦੀ ਗੱਡੀ ਦੇ ਵਿੱਚੋਂ ਜਿਹੜੀ ਪਿਸਤੌਲ ਬਰਾਮਦ ਹੋਈ, ਉਸ ਦੇ ਵਿੱਚੋਂ 6 ਗੋਲੀਆਂ ਚੱਲੀਆਂ ਹੋਈਆਂ ਨੇ। ਬਿਨਾਂ ਡਰੇ ਹਮਲਾਵਰਾਂ ਦਾ ਮੁਕਾਬਲਾ ਕੀਤਾ ਗਿਆ ਸੀ ਸਿੱਧੂ ਮੂਸੇਵਾਲੇ ਦੇ ਵੱਲੋਂ, ਪਰ ਉਹ ਖੁਦ ਨੂੰ ਬਚਾ ਨਹੀਂ ਸਕੇ। ਹਮਲਾਵਰਾਂ ਦੇ ਕੋਲ ਆਟੋਮੈਟਿਕ ਹਥਿਆਰ ਹੋਣ ਦੇ ਚਲਦਿਆਂ ਸਿੱਧੂ ਨੇ ਆਪਣੀ ਜਾਨ ਗਵਾ ਦਿੱਤੀ ਤੇ ਇੱਧਰ ਸਿੱਧੂ ਮੂਸੇਵਾਲੇ ਦੇ ਨਾਲ ਬੈਠੇ 2 ਹੋਰ ਵਿਅਕਤੀ, ਜਿਨ੍ਹਾਂ ਦੀ ਹਾਲਤ ਕੱਲ੍ਹ ਤੱਕ ਗੰਭੀਰ ਸੀ, ਪਰ ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਠੀਕ ਹੋ ਕੇ ਸਾਰਾ ਸੱਚ ਸਾਹਮਣੇ ਲਿਆਉਣਗੇ ਅਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਦੇ ਵਿੱਚ ਜਿਹੜੀ ਮਦਦ ਨਾਲ ਬੈਠੇ ਉਹ ਬੰਦੇ ਕਰ ਸਕਦੇ ਨੇ, ਸ਼ਾਇਦ ਹੀ ਕੋਈ ਹੋਰ ਕਰ ਸਕੇ। ਉਮੀਦ ਕਰਦੇ ਹਾਂ ਕਿ ਕੁਝ ਹੋਰ ਤਾਂ ਨਾ ਸਹੀ, ਮਾਪਿਆਂ ਦੇ ਪੱਲੇ ਇਨਸਾਫ ਜ਼ਰੂਰ ਪਵੇਗਾ। ਸਿੱਧੂ ਮੂਸੇਵਾਲੇ ਨੇ ਆਪਣੀ ਆਖਰੀ ਸਾਹ ਤੱਕ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਦਲੇਰੀ ਦੇ ਨਾਲ ਮੁਕਾਬਲਾ ਕੀਤਾ ਸੀ। ਇਹ ਖਬਰਾਂ ਸਾਹਮਣੇ ਆ ਰਹੀਆਂ ਨੇ। ਦੱਸਦੇ ਕਿ ਮੂਸੇਵਾਲਾ ਦੀ ਜੀਪ ਦੇ ਵਿੱਚੋਂ ਇੱਕ ਪਿਸਟਲ ਬਰਾਮਦ ਹੋਈ ਹੈ। ਆਪਣੇ ਬਚਾਅ ਦੇ ਲਈ ਉਸਨੇ ਹਮਲਾਵਰਾਂ ਤੇ ਗੋਲੀਆਂ ਚਲਾਈਆਂ ਹੋ ਸਕਦੀਆਂ ਨੇ, ਇਹ ਕਿਹਾ ਜਾ ਰਿਹਾ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਨੂੰ ਜਦੋਂ ਖਤਮ ਕੀਤਾ ਜਾ ਰਿਹਾ ਸੀ, ਜਦੋਂ ਉਸਨੇ ਦਮ ਤੋੜਿਆ ਸੀ, ਉਸ ਤੋਂ ਪਹਿਲਾਂ ਉਹਨੇ ਹਮਲਾਵਰਾਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਸੀ। ਜਿਸ ਹਿੰਮਤ ਅਤੇ ਦਲੇਰੀ ਦੀ ਗੱਲ ਉਹ ਆਪਣੇ ਗਾਣਿਆਂ ਦੇ ਵਿੱਚ ਕਰਿਆ ਕਰਦੇ ਸੀ। ਆਪਣੀ ਇੰਟਰਵਿਊਜ਼ ਦੇ ਵਿੱਚ ਕਹਿੰਦੇ ਸੀ ਕਿ ਮੈਂ ਉਹੀ ਹਾਂ ਜੋ ਮੈਂ ਆਪਣੇ ਗਾਣਿਆਂ ਦੇ ਵਿੱਚ ਦੱਸਦਾ। ਉਸੇ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਅੰਤਿਮ ਸਮੇਂ ਦੇ ਵਿੱਚ ਵੀ ਡਟ ਕੇ ਮੁਕਾਬਲਾ ਕੀਤਾ ਸੀ। ਆਪਣੀ ਥਾਰ ਜੀਪ ਦੇ ਵਿੱਚ ਡਰਾਈਵਿੰਗ ਸੀਟ ਤੇ ਬੈਠ ਕੇ ਮੂਸੇਵਾਲਾ ਨੇ ਪਿਸਟਲ ਕੱਢ ਕੇ ਬਚਾਅ ਦੇ ਲਈ ਹਮਲਾਵਰਾਂ ਤੇ ਫਾਇਰ ਕੀਤੇ ਸੀ। ਪੁਲਿਸ ਨੇ ਮੂਸੇਵਾਲਾ ਦੀ ਜੀਪ ਦੇ ਵਿੱਚੋਂ ਪਿਸਟਲ ਮਿਲੀ ਹੈ। ਫਿਲਹਾਲ ਪ੍ਰਾਇਮਰੀ ਜਾਂਚ ਦੇ ਵਿੱਚ ਇਸ ਪਿਸਟਲ ਤੇ ਕਈ ਗੋਲੀਆਂ ਚਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰ ਉੱਥੇ ਲੋਕਾਂ ਦੇ ਜਿਹੜੇ ਮੌਜੂਦ ਸੀ ਉਹਨਾਂ ਦੇ ਅਨੁਸਾਰ ਬਲੈਰੋ ਜੀਪ ਦੇ ਵਿੱਚ ਸਵਾਰ ਵਿਅਕਤੀਆਂ ਦੇ ਵੱਲੋਂ ਜਿਵੇਂ ਹੀ ਥਾਰ ਜੀਪ ਦਾ ਰਸਤਾ ਰੋਕ ਕੇ
ਟਾਇਰਾਂ ਤੇ ਪਹਿਲਾਂ ਫਾਇਰ ਕੀਤਾ ਗਿਆ ਤਾਂ ਸਿੱਧੂ ਮੂਸੇਵਾਲਾ ਨੂੰ ਸਮਝ ਆ ਗਿਆ ਕਿ ਉਹ ਘਿਰ ਚੁੱਕਿਆ ਹੈ। ਇਸ ਦੇ ਬਾਵਜੂਦ ਉਹ ਡਰੇ ਨਹੀਂ, ਡਟ ਕੇ ਮੁਕਾਬਲਾ ਕੀਤਾ। ਆਪਣੇ ਬਚਾਅ ਦੇ ਵਿੱਚ ਪਿਸਟਲ ਬਾਹਰ ਕੱਢੀ ਅਤੇ ਹਮਲਾਵਰਾਂ ਤੇ ਫਾਇਰਿੰਗ ਵੀ ਕੀਤੀ ਸੀ। ਪੁਲਿਸ ਨੇ ਸਿੱਧੂ ਦੀ ਥਾਰ ਜੀਪ ਦੇ ਵਿੱਚੋਂ ਪਿਸਟਲ ਬਰਾਮਦ ਕੀਤੀ ਹੈ। ਇਸ ਦੇ ਵਿੱਚੋਂ ਕਿੰਨੇ ਫਾਇਰ ਹੋਏ ਇਸ ਦੀ ਜਾਂਚ ਕੀਤੀ ਜਾ ਰਹੀ ਹੈ। 3 ਟਾਇਰਾਂ ਦੇ ਵਿੱਚ ਪਹਿਲਾਂ ਗੋਲੀ ਮਾਰੀ ਗਈ ਸੀ। ਦੱਸ ਦਈਏ ਕਿ ਸਾਰਾ ਹਾਦਸਾ ਕਰਨ ਤੋਂ ਪਹਿਲਾਂ ਜੀਪ ਦੇ ਟਾਇਰਾਂ ਤੇ ਗੋਲੀ ਮਾਰੀ ਜਾਂਦੀ ਹੈ। ਥਾਣਾ ਸਿਟੀ 1 ਦੇ ਵਿੱਚ ਜਿਸ ਜੀਪ ਨੂੰ ਖੜਾ ਕੀਤਾ ਗਿਆ ਉਸ ਦੇ ਵਿੱਚ ਕਈ ਗੱਲਾਂ ਹੁਣ ਉਹ ਗੱਡੀ ਸਬੂਤ ਦੇ ਤੌਰ ਤੇ ਬੋਲ ਰਹੀ ਹੈ। ਹਮਲਾਵਰ ਜੋ ਕਿ ਬਲੈਰੋ ਗੱਡੀ ਛੱਡ ਕੇ ਭੱਜੇ ਸੀ ਉਹ ਵੀ ਇਸੇ ਥਾਣੇ ਦੇ ਵਿੱਚ ਖੜੀ ਹੈ। ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਅਨੁਸਾਰ ਮੂਸੇਵਾਲਾ ਨੂੰ ਘੇਰਨ ਵਾਲੇ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਪਿੱਛੇ ਫਾਇਰ ਕੀਤਾ ਸੀ। ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਜੀਪ ਦੇ 3 ਟਾਇਰਾਂ ਦੇ ਵਿੱਚ ਗੋਲੀਆਂ ਮਾਰੀਆਂ ਤਾਂ ਕਿ ਉਹ ਜੀਪ ਭਜਾ ਕੇ ਨਾ ਲੈ ਕੇ ਜਾ ਸਕੇ। ਗੋਲੀਆਂ ਲੱਗਣ ਤੋਂ ਬਾਅਦ ਜੀਪ ਦੇ ਟਾਇਰ ਫਟ ਗਏ। ਦੱਸਦੇ ਕਿ ਬਲੈਰੋ ਗੱਡੀ ਦੇ ਵਿੱਚ ਫਿੰਗਰਪ੍ਰਿੰਟ ਮਿਲੇ ਨੇ, ਉਸ ਦੀ ਛਾਣਬੀਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਹੀ ਹਮਲਾਵਰ ਆਏ ਸੀ। ਉਹਨਾਂ ਨੇ ਬਲੈਰੋ ਗੱਡੀ ਦੇ ਵਿੱਚ ਪੁਲਿਸ ਨੂੰ ਕਈ ਫਿੰਗਰਪ੍ਰਿੰਟਸ ਮਿਲ ਚੁੱਕੇ ਨੇ। ਮਾਨਸਾ ਦੇ ਜਵਾਰਕੇ ਪਿੰਡ ਦੇ ਵਿੱਚ ਪੁਲਿਸ ਨੂੰ ਡੌਗ ਸਕੁਆਡ ਦੀ ਮਦਦ ਦੇ ਨਾਲ ਕਈ ਕਲੂ ਵੀ ਮਿਲੇ ਨੇ। ਦੱਸਦੇ ਕਿ ਸਾਰੇ ਮਾਮਲੇ ਦੇ ਵਿੱਚ ਬੇਰਹਿਮੀ ਦੇ ਨਾਲ ਖਤਮ ਕੀਤੇ ਗਏ ਸਿੱਧੂ ਮੂਸੇਵਾਲੇ ਨੂੰ ਲੈ ਕੇ ਨਵੇਂ ਤੋਂ ਨਵਾਂ ਖੁਲਾਸਾ ਹੋ ਰਿਹਾ ਹੈ। ਇਸ ਦਾ ਸਿੱਧੇ ਤੌਰ ਤੇ ਮਕਸਦ ਪੰਜਾਬੀ ਸਿੰਗਰ ਮੂਸੇਵਾਲਾ ਦੀ ਜਾਨ ਲੈਣਾ ਹੀ ਸੀ, ਮਹਿਜ਼ ਡਰਾਉਣਾ ਨਹੀਂ ਸੀ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਸਾਰੀ ਸਾਜ਼ਿਸ਼ ਰਚੀ ਗਈ ਅਤੇ ਫਾਇਰ ਕੀਤਾ ਗਿਆ ਉਸ ਤੋਂ ਸਭ ਕੁਝ ਸਾਫ਼ ਹੁੰਦਾ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਮੁਤਾਬਕ ਸਿੱਧੂ ਦੀ ਪਿਸਟਲ ਤੋਂ ਕਰੀਬ 6 ਫਾਇਰ ਹੋਏ ਨੇ। ਹਾਲਾਂਕਿ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ ਕਿ ਸਿੱਧੂ ਦੀ ਪਿਸਟਲ ਤੋਂ ਕਿੰਨੀਆਂ ਗੋਲੀਆਂ ਚੱਲੀਆਂ ਨੇ। ਸਿੱਧੂ ਦੇ ਨਾਲ ਉਹਨਾਂ ਦੀ ਜੀਪ ਦੇ ਵਿੱਚ ਘਟਨਾ ਦੇ ਸਮੇਂ ਉਹਨਾਂ ਦੇ 2 ਜਾਣਕਾਰ ਮੌਜੂਦ ਸੀ। ਇਸ ਘਟਨਾ ਦੇ ਵਿੱਚ ਉਹ ਦੋਨੋਂ ਹੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਸੀ, ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਉਹਨਾਂ ਤੇ ਇੰਨੀ ਜ਼ਿਆਦਾ ਫਾਇਰਿੰਗ ਹੋਈ ਕਿ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਉਹ ਨਹੀਂ ਬਚ ਪਾਣਗੇ, ਪਰ ਚੰਗੀ ਕਿਸਮਤ ਦੇ ਨਾਲ ਰੱਬ ਨੇ ਰਹਿਮ ਕੀਤਾ ਉਹਨਾਂ ਤੇ ਕਿ ਉਹਨਾਂ ਦੀ ਜਾਨ ਬਚ ਚੁੱਕੀ ਹੈ। ਪਰ ਸਿੱਧੂ ਮੂਸੇਵਾਲਾ ਨੂੰ ਮੰਗਲਵਾਰ ਖਤਮ ਕਰ ਦਿੱਤਾ ਗਿਆ ਸੀ। ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਮੂਸਾ ਪਿੰਡ ਦੇ ਵਿੱਚ ਹੀ ਰੱਖਿਆ ਗਿਆ ਸੀ। ਪ੍ਰਸ਼ੰਸਕਾਂ ਦੇ ਵੱਲੋਂ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਜਿੱਥੇ ਹਸਪਤਾਲ ਦੇ ਬਾਹਰ ਹੀ ਭੀੜ ਲਗਾ ਦਿੱਤੀ ਗਈ ਸੀ, ਉੱਥੇ ਹੀ ਹੁਣ ਉਹਨਾਂ ਦੇ ਪਿੰਡ ਦੇ ਵਿੱਚ ਵੀ ਲੱਖਾਂ ਹੀ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਨੇ। ਨਾ ਸਿਰਫ ਪੰਜਾਬ ਦੇ ਸਗੋਂ ਪੰਜਾਬ ਤੋਂ ਬਾਹਰੋਂ ਵੀ ਲੋਕਾਂ ਦੀ ਭੀੜ ਲਗਾਤਾਰ ਉਹਨਾਂ ਦੇ ਪਿੰਡ ਦੇ ਵੱਲ ਜਾਂਦੀ ਦਿਖੀ ਜਾ ਸਕਦੀ ਹੈ। ਉਹਨਾਂ ਦਾ ਖੇਤਾਂ ਦੇ ਵਿੱਚ ਅੰਤਿਮ ਸੰਸਕਾਰ ਹੋਣਾ ਹੈ। ਦੱਸ ਦਈਏ ਕਿ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਰਿਵਾਰ ਨੂੰ ਸੰਵੇਦਨਾ ਜਤਾਉਣ ਦੇ ਲਈ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਉੱਘੇ ਨਾਮਵਰ ਵਿਅਕਤੀ ਇੱਥੇ ਲਗਾਤਾਰ ਪਹੁੰਚ ਰਹੇ ਨੇ। ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਅੰਤਿਮ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸੰਸਕਾਰ ਦੀਆਂ ਕੁਝ ਹੀ ਸਮੇਂ ਦੇ ਵਿੱਚ ਇਹ ਅੰਤਿਮ ਯਾਤਰਾ ਕੱਢੀ ਜਾਵੇਗੀ ਅਤੇ ਉਹਨਾਂ ਦੇ ਖੇਤਾਂ ਦੇ ਵਿੱਚ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਣਾ। ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਬੀਤੇ ਦਿਨੀ ਉਹਨਾਂ ਨੂੰ ਰੱਖਿਆ ਗਿਆ ਸੀ ਤੇ ਅੱਜ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਇੱਥੇ ਮੌਜੂਦ ਲੋਕਾਂ ਨੂੰ ਜਿੱਥੇ ਵੀ ਥਾਂ ਮਿਲ ਰਹੀ ਹੈ ਦੇਖਣ ਦੀ, ਉੱਥੇ ਚੜ੍ਹ ਕੇ ਉਹ ਸਿੱਧੂ ਮੂਸੇਵਾਲਾ ਦੀ ਇੱਕ ਝਲਕ ਨੂੰ ਦੇਖਣਾ ਚਾਹੁੰਦੇ ਨੇ। ਭਾਵੇਂ ਉਹ ਘਰਾਂ ਦੀਆਂ ਛੱਤਾਂ ਹੋਣ ਜਾਂ ਫਿਰ ਕੰਧਾਂ ਹੋਣ, ਹਰ ਪਾਸੇ ਲੋਕ ਹੀ ਲੋਕ ਦਿਖਾਈ ਦੇ ਰਹੇ ਨੇ ਜਿਹੜੇ ਕਿ ਆਪਣੇ ਪਿਆਰੇ ਗਾਇਕ ਸਿੱਧੂ ਮੂਸੇਵਾਲੇ ਦੀ ਇੱਕ ਝਲਕ ਦੇ ਲਈ ਤਰਸ ਰਹੇ ਨੇ। ਹਜ਼ਾਰਾਂ ਹੀ ਮੁੰਡੇ ਕੁੜੀਆਂ ਇੱਥੇ ਰੋਂਦੇ ਦੇਖੇ ਗਏ। ਬੀਬੀਆਂ ਵੀ ਇੱਥੇ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਰੋ ਰੋ ਕੇ ਹੀ ਕਿਹਾ ਜਾ ਰਿਹਾ ਸੀ ਕਿ ਇੱਕ ਵਾਰੀ ਸਿੱਧੂ ਮੂਸੇਵਾਲੇ ਨੂੰ ਕੋਈ ਬਚਾ ਲੈਂਦਾ। ਰੱਬ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਕਿਸੇ ਵੀ ਤਰ੍ਹਾਂ ਦੇ ਨਾਲ ਸਿੱਧੂ ਮੂਸੇਵਾਲੇ ਦੀ ਜਾਨ ਬਖਸ਼ ਦੇਣੀ ਚਾਹੀਦੀ ਸੀ। ਮੂਸੇਵਾਲਾ ਦੀ ਅੰਤਿਮ ਯਾਤਰਾ ਉਹਨਾਂ ਦੇ ਪਸੰਦੀਦਾ 5911 ਟਰੈਕਟਰ ਤੇ ਕੱਢੀ ਜਾਣੀ ਹੈ। ਮੂਸੇਵਾਲਾ ਨੇ ਆਪਣੇ ਪੰਜਾਬੀ ਗੀਤਾਂ ਦੇ ਵਿੱਚ ਇਸ ਟਰੈਕਟਰ ਦਾ ਜ਼ਿਕਰ ਕੀਤਾ। ਇਸ ਦੀਆਂ ਤਸਵੀਰਾਂ, ਇਸ ਨੂੰ ਮੋਡੀਫਾਈ ਕਰਵਾ ਕੇ ਰੱਖਿਆ ਹੋਇਆ ਸੀ। ਇੰਨੀ ਜਿੰਦ ਜਾਨ ਦੇ ਨਾਲ ਆਪਣੇ 5911 ਨੂੰ ਉਹ ਪਿਆਰ ਕਰਦੇ ਸੀ। ਉਹ ਗੀਤਾਂ ਦੇ ਰਾਹੀਂ ਵੀ ਉਹਨਾਂ ਨੇ ਪੇਸ਼ ਕੀਤਾ ਸੀ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਭੀੜ ਲਗਾਤਾਰ ਇਸ ਪਿੰਡ ਦੇ ਵਿੱਚ ਵੱਧਦੀ ਜਾ ਰਹੀ ਹੈ। ਦੱਸਦੀ ਕਿ ਹਰ ਪਾਸੇ ਲੋਕ ਹੀ ਲੋਕ ਦਿਖਾਈ ਦੇ ਰਹੇ ਨੇ। ਪੁਲਿਸ ਦੇ ਲਈ ਵੀ ਇਹਨਾਂ ਨੂੰ ਸੰਭਾਲਣਾ ਔਖਾ ਹੋ ਰਿਹਾ ਹੈ ਕਿਉਂਕਿ ਕੁਝ ਵਿਅਕਤੀਆਂ ਦੇ ਨਾਲ ਪੁਲਿਸ ਦੀ ਝੜਪ ਵੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਪੁਲਿਸ ਵਾਲਿਆਂ ਦੇ ਨਾਲ ਲੋਕਾਂ ਦੀ ਝੜਪ ਹੋਈ ਹੈ। ਫਿਲਹਾਲ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਇਨਸਾਫ ਦੀ ਹੀ ਦੇਰੀ ਰਹਿ ਗਈ ਹੈ। ਇਨਸਾਫ ਦੀ ਹੀ ਉਡੀਕ ਕੀਤੀ ਜਾ ਰਹੀ ਹੈ। ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਹੁਣ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਦੇ ਵੱਲੋਂ ਕੀਤੀ ਜਾਣੀ ਹੈ ਅਤੇ ਪੰਜਾਬ ਦੇ ਗ੍ਰਹਿ ਸਚਿਵ ਅਨੁਰਾਗ ਵਰਮਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਨੂੰ ਪੱਤਰ ਵੀ ਲਿਖ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਬਿਲਕੁਲ ਇਹ ਜਾਇਜ਼ ਗੱਲ ਹੈ ਤੇ ਇਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।
ਤਾਂ ਜਲਦ ਹੀ ਮੂਸੇਵਾਲਾ ਨੂੰ ਇਨਸਾਫ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਮਿਲੇਗਾ। ਪਰ ਅੱਜ ਦਾ ਉਹ ਦਿਨ ਜਦੋਂ ਇੱਕ ਆਖਰੀ ਵਾਰ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਦੇਖ ਰਿਹਾ ਹੈ, ਚੁੰਮ ਰਿਹਾ ਹੈ। ਉਹਨਾਂ ਦੇ ਮਾਪੇ ਉਸ ਦੀ ਮ੍ਰਿਤਕ ਦੇਹ ਨੂੰ ਛੱਡਣ ਤੱਕ ਦੇ ਲਈ ਤਿਆਰ ਨਹੀਂ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਆਖਰੀ ਵਾਰ ਉਹ ਸਿੱਧੂ ਮੂਸੇਵਾਲੇ ਨੂੰ ਹੱਥ ਲਗਾ ਕੇ, ਮਹਿਸੂਸ ਕਰਕੇ, ਛੂਹ ਕੇ ਦੇਖ ਰਹੇ ਨੇ। ਇੱਕ ਅੰਤਿਮ ਸਮਾਂ, ਦੁਖਦਾਈ ਸਮਾਂ, ਜਦੋਂ ਉਹ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇ ਨਾਲ ਪਿਆਰ ਕਰ ਰਹੇ ਨੇ। ਮਹਿਜ਼ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਜਿੱਥੇ ਇੰਨਾ ਨਾਮ ਖੱਟਿਆ, ਘਰ ਪਰਿਵਾਰ, ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ, ਉੱਥੇ ਹੀ ਉਹ ਆਪਣੇ ਪਿਆਰ ਲਈ ਵੀ ਜਾਣੇ ਜਾਂਦੇ ਸੀ। ਉਹ ਜਿੱਥੇ ਆਮ ਲੋਕਾਂ ਨੂੰ ਬੇਹੱਦ ਪਿਆਰ ਕਰਦੇ ਸੀ, ਦੱਸਦੇ ਕਿ ਉਹ ਇੱਕ ਅਜਿਹੀ ਕੁੜੀ ਨੂੰ ਵੀ ਪਿਆਰ ਕਰਦੇ ਸੀ ਜਿਨ੍ਹਾਂ ਦੇ ਨਾਲ ਪਿਛਲੇ 2 ਸਾਲ ਤੋਂ ਉਹਨਾਂ ਦੀ ਜਾਣ ਪਛਾਣ ਸੀ, ਗੱਲਬਾਤ ਹੋ ਰਹੀ ਸੀ, ਰਿਸ਼ਤਾ ਤੈਅ ਹੋ ਚੁੱਕਿਆ ਸੀ। ਮੂਸੇ ਪਿੰਡ ਵਾਲੀ ਦੀ ਜੂਹ ਦੇ ਵਿੱਚ ਉਸ ਕੁੜੀ ਦੇ ਨਾਲ ਉਹਨਾਂ ਨੇ ਆਉਣਾ ਸੀ, ਉਸ ਕੁੜੀ ਨੇ ਆਉਣਾ ਸੀ। ਔਰ ਸਭ ਤੋਂ ਜ਼ਿਆਦਾ ਦੁਖਦਾਈ ਸਮਾਂ ਇਸ ਸਮੇਂ ਉਸ ਕੁੜੀ ਦੇ ਲਈ ਹੈ ਜਿਹਨੇ ਮਹੀਨੇ ਬਾਅਦ ਲਾਲ ਚੂੜਾ ਪਾ ਕੇ ਮੂਸੇਵਾਲਾ ਦੇ ਘਰ ਪਹੁੰਚਣਾ ਸੀ ਤੇ ਅੱਜ ਉਸਨੂੰ ਇਹ ਦਿਨ ਦੇਖਣਾ ਪੈ ਰਿਹਾ। ਉਸ ਕੁੜੀ ਦੇ ਹਾਲਾਤ ਇਹ ਹੋਣਗੇ ਕਿ ਉਹ ਖੁੱਲ੍ਹ ਕੇ ਨਾ ਤਾਂ ਆਪਣਾ ਦਰਦ ਬਿਆਨ ਕਰ ਸਕਦੀ ਹੈ ਅਤੇ ਨਾ ਹੀ ਅੱਗੇ ਪਿੱਛੇ ਦੀ ਕੋਈ ਗੱਲ ਸੋਚ ਵਿਚਾਰ ਸਕਦੀ ਹੈ। ਉਸਨੂੰ ਉਹ ਸਾਰੀਆਂ ਗੱਲਾਂ, ਉਹ ਸਾਰੇ ਵਾਅਦੇ, ਆਉਣ ਵਾਲਾ ਸਮਾਂ, ਦੇਖੇ ਹੋਏ ਸੁਪਨੇ, ਸਭ ਕੁਝ ਇੱਕਦਮ ਕਿਵੇਂ ਚਕਨਾਚੂਰ ਹੋ ਗਿਆ। ਇਹ ਹਰ ਇੱਕ ਕੁੜੀ, ਹਰ ਇੱਕ ਪਤਨੀ, ਹਰ ਇੱਕ ਮੰਗੇਤਰ ਸਮਝ ਸਕਦੀ ਹੈ ਕਿ ਉਸ ਕੁੜੀ 'ਤੇ ਇਸ ਸਮੇਂ ਕੀ ਬੀਤ ਰਹੀ ਹੋਣੀ ਹੈ। ਆਪਣੇ ਹੋਣ ਵਾਲੇ ਪਤੀ ਦੇ ਲਈ ਜਿੱਥੇ ਉਹ ਸੁਪਨੇ ਸਜਾ ਰਹੀ ਸੀ, ਉਸ ਦੇ ਵਿੱਚੋਂ ਕੋਈ ਸੁਪਨਾ ਉਹਦਾ ਪੂਰਾ ਨਹੀਂ ਹੋਇਆ। ਦੂਸਰਾ ਟੁੱਟਿਆ ਇੰਨੀ ਬੁਰੀ ਤਰ੍ਹਾਂ ਕਿ ਮਹੀਨਾ ਪਹਿਲਾਂ ਜਦੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਵਿਦੇਸ਼ ਦੇ ਵਿੱਚ ਰਹਿੰਦੀ ਸਿੱਧੂ ਮੂਸੇਵਾਲਾ ਦੀ ਮੰਗੇਤਰ ਅਮਨਦੀਪ ਕੌਰ, ਉਸ ਦਾ ਨਾਮ ਦੱਸਿਆ ਜਾ ਰਿਹਾ ਹੈ, ਉਹ ਕੁਝ ਸਮਾਂ ਪਹਿਲਾਂ ਹੀ ਪੰਜਾਬ ਆਈ ਹੋਈ ਸੀ। ਆਪਣੇ ਘਰ ਅਤੇ ਵਿਆਹ ਦੀਆਂ ਤਿਆਰੀਆਂ ਲਗਾਤਾਰ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਸਨ। ਉਸ ਦਾ ਸੁਪਨਾ ਸੀ ਕਿ ਉਹ ਮੂਸੇਵਾਲੇ ਦੀ ਪਤਨੀ ਬਣ ਜਾਵੇ। ਇਸ ਦੇ ਲਈ ਹੀ ਜਨਵਰੀ-ਫਰਵਰੀ ਦੇ ਵਿੱਚ ਵੀ ਵਿਆਹ ਰੱਖਿਆ ਗਿਆ ਸੀ, ਪਰ ਉਸ ਸਮੇਂ ਵੋਟਾਂ ਦਾ ਸਮਾਂ ਹੋਣ ਕਰਕੇ ਵੋਟਾਂ ਦੇ ਵਿੱਚ ਐਂਟਰੀ ਹੋ ਚੁੱਕੀ ਸੀ, ਰਾਜਨੀਤੀ ਦੇ ਵਿੱਚ ਇੱਕ ਐਂਟਰੀ ਹੋਈ ਸੀ ਸਿੱਧੂ ਮੂਸੇਵਾਲੇ ਦੀ, ਜਿਸ ਕਰਕੇ ਵਿਆਹ ਨੂੰ ਲੇਟ ਕਰ ਦਿੱਤਾ ਗਿਆ। ਵਿਆਹ ਦੀ ਤਰੀਕ ਅੱਗੇ ਪਾ ਦਿੱਤੀ ਗਈ। ਜੂਨ ਦੇ ਮਹੀਨੇ ਦੇ ਵਿੱਚ ਹੀ ਜਨਮ ਦਿਨ ਵੀ ਹੈ ਸਿੱਧੂ ਮੂਸੇਵਾਲੇ ਦਾ ਤੇ ਇਸੇ ਮਹੀਨੇ ਉਹਨਾਂ ਦਾ ਵਿਆਹ ਵੀ ਹੋਣਾ ਸੀ। ਪਰ ਵਿਆਹ ਤੋਂ ਪਹਿਲਾਂ ਅਜਿਹਾ ਮੰਦਭਾਗਾ ਭਾਣਾ ਵਰਤਿਆ ਕਿ ਉਹ ਕੁੜੀ ਖੁੱਲ੍ਹ ਕੇ ਆਪਣਾ ਦੁੱਖ ਦਰਦ ਕਿਸ ਤਰ੍ਹਾਂ ਬਿਆਨ ਕਰ ਦੇਵੇ। ਜਿਹਨੇ ਹੁਣ ਤੱਕ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਸੀ, ਸਿੱਧੂ ਮੂਸੇਵਾਲਾ ਨੇ ਆਪਣੀ ਜਾਨ ਨੂੰ ਸਭ ਤੋਂ ਲੁਕੋ ਕੇ ਰੱਖਿਆ ਹੋਇਆ ਸੀ ਕਿ ਮੈਂ ਕਿਸ ਕੁੜੀ ਦੇ ਨਾਲ ਵਿਆਹ ਕਰਵਾਉਣ ਜਾ ਰਿਹਾ, ਉਹ ਕਿਵੇਂ ਆਪਣਾ ਦੁੱਖ ਦਰਦ ਬਿਆਨ ਕਰ ਦੇਵੇ। ਇਹ ਸਾਰੀਆਂ ਖਬਰਾਂ ਦੇ ਵਿਚਾਲੇ ਸੁਣਨ ਤੋਂ ਬਾਅਦ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਕਿ ਕਿਵੇਂ ਇੱਕ ਪਰਿਵਾਰ ਦੇ ਸਾਰੇ ਸੁਪਨੇ ਟੁੱਟ ਗਏ। ਇੱਕ ਮੁੰਡਾ ਜਿਸਨੇ ਇੰਨਾ ਨਾਮ ਕਮਾਇਆ, ਘਰਦਿਆਂ ਲਈ ਬੇਹੱਦ ਕੁਝ ਕੀਤਾ, ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ ਉਹਨੇ, ਇੱਕ ਨਵੀਂ ਸ਼ੁਰੂਆਤ, ਪਰ ਉਸ ਤੋਂ ਪਹਿਲਾਂ ਹੀ ਉਸ ਦਾ ਅੰਤ ਕਰ ਦਿੱਤਾ ਗਿਆ। ਹੁਣ ਇਸ ਸਾਰੇ ਮਾਮਲੇ ਦੇ ਵਿੱਚ ਇਨਸਾਫ ਦੀ ਉਮੀਦ ਦੇ ਵਿੱਚ ਪਰਿਵਾਰ ਅਤੇ ਪ੍ਰਸ਼ੰਸਕ ਬੈਠੇ ਨੇ। ਦੇਖਣਾ ਹੋਵੇਗਾ ਕਿ ਪੁਲਿਸ ਇਸ ਸਾਰੇ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਸ ਸਾਰੇ ਹਮਲੇ ਨੂੰ ਲੈ ਕੇ ਜ਼ਿੰਮੇਵਾਰੀ ਲਈ ਗਈ ਸੀ, ਜਿਨ੍ਹਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਖਤਮ ਕੀਤਾ ਗਿਆ, ਪੁਲਿਸ ਦੇ ਵੱਲੋਂ ਉਹਨਾਂ 'ਤੇ ਕੀ ਕਾਰਵਾਈ ਜਾਂਦੀ ਹੈ, ਕੀ ਕਾਰਵਾਈ ਕੀਤੀ ਜਾਵੇਗੀ, ਕੀ ਬਣਦਾ ਇਨਸਾਫ ਮਿਲੇਗਾ, ਕੀ ਹੋਵੇਗਾ, ਇਸ ਸਾਰੇ ਹਾਲਾਤ ਦਾ ਫਿਲਹਾਲ ਦੇਖਣਾ ਹੋਵੇਗਾ। ਪਰ ਪੁਲਿਸ ਨੂੰ ਇੱਥੇ ਜ਼ਰੂਰ ਸਖਤੀ ਦੀ ਲੋੜ ਹੈ ਤਾਂ ਕਿ ਅਜਿਹਾ ਕੋਈ ਵੀ ਕਾਰਨਾਮਾ ਆਉਣ ਵਾਲੇ ਸਮੇਂ ਦੇ ਵਿੱਚ ਗਲਤ ਢੰਗ ਦੇ ਨਾਲ ਕਿਸੇ ਦੀ ਜਾਨ ਕਦੀ ਵੀ ਨਾ ਜਾਵੇ। ਔਰ ਜੇਕਰ ਕੋਈ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਂਦਾ, ਉਸ ਦਾ ਕੀ ਹਸ਼ਰ ਹੋਵੇਗਾ, ਇਹ ਵੀ ਪੁਲਿਸ ਵਾਲਿਆਂ ਨੂੰ ਹੁਣ ਦਿਖਾਉਣਾ ਪਵੇਗਾ।